संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम ਹਾਂਜੀ, ਸਾਰੇ ਦੇਖਣ ਵਾਲਿਆਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਭਾਈ ਜਸਬੀਰ ਸਿੰਘ ਜੀ ਹੈਗੇ ਆ। ਮੈਨੂੰ ਇੱਕ ਰਿਕੁਐਸਟ ਆਈ ਹੈ ਕਿ ਭਾਈ ਜਸਬੀਰ ਸਿੰਘ ਜੀ ਬਾਰੇ ਥੋੜੀ ਜਿਹੀ ਇੰਟਰੋਡਕਸ਼ਨ ਜ਼ਰੂਰ ਦਿਓ, ਜਿਹੜੀ ਕਿ ਪਹਿਲੇ ਅਸੀਂ ਬਹੁਤੀ ਨਹੀਂ ਦਿੱਤੀ। ਭਾਈ ਜਸਬੀਰ ਸਿੰਘ ਜੀ ਵੈਨਕੂਵਰ ਵਿੱਚ ਸਟੇਸ਼ਨਡ ਹੈਗੇ ਆ ਤੇ ਉਹਨਾਂ ਨੇ 2 ਕਿਤਾਬਾਂ ਲਿਖੀਆਂ ਤੇ ਉਹਨਾਂ ਦੇ ਬਹੁਤ ਸਾਰੇ ਆਰਟੀਕਲ ਅਖਬਾਰਾਂ ਵਿੱਚ ਤੇ ਹੋਰ ਥਾਂ ਤੇ ਛਪਦੇ ਰਹਿੰਦੇ ਆ। ਜੇ ਕਿਸੇ ਸੱਜਣ ਨੇ ਕੁਝ ਹੋਰ ਵੀ ਪੜ੍ਹਨਾ ਹੋਵੇ ਤਾਂ ਸਿੱਖ ਮਾਰਗ ਤੇ ਬਹੁਤ ਸਾਰੇ ਆਰਟੀਕਲ ਸੈਂਕੜਿਆਂ ਦੇ ਹਿਸਾਬ ਨਾਲ ਉਹਨਾਂ ਦੇ ਪਏ ਆ, ਜਿਹੜੇ ਡਿਫਰੈਂਟ ਟੌਪਿਕਸ ਤੇ ਪਏ ਆ। ਸੋ ਮੈਂ ਇੰਨੀ ਇੱਕ ਬਰੀਫ ਇੰਟਰੋਡਕਸ਼ਨ ਨਾਲ ਅਸੀਂ ਅੱਜ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅਸੀਂ ਜਿੱਦਾਂ ਪਹਿਲੇ ਚੱਲ ਰਿਹਾ ਸਾਡਾ ਆਨੰਦ ਕਾਰਜ, ਆਨੰਦ ਦੀ ਜਿਹੜੇ ਸੰਸਕਾਰ ਆ ਉਹਦੇ ਬਾਰੇ ਚੱਲ ਰਿਹਾ। ਅਸੀਂ 3 ਪਹਿਲੇ ਉਸ 'ਤੇ ਕਰ ਚੁੱਕੇ ਹਾਂ। ਆਉਣ ਵਾਲੇ ਵਕਤ ਵਿੱਚ ਵੀ ਅਜੇ ਬੜੀ ਡਿਟੇਲ ਵਿੱਚ ਉਹਦੇ ਵਿੱਚੋਂ ਕਈ ਇਸ਼ੂਜ਼ ਐਸੇ ਆ ਜਿਹੜੇ ਅਸੀਂ ਡਿਸਕਸ ਕਰਨੇ ਆ। ਸੋ ਆਉਣ ਵਾਲੇ ਵਿੱਚ ਵੀ ਅਸੀਂ ਕਰਦੇ ਰਹਾਂਗੇ। ਅਸੀਂ ਸਾਰੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ ਰਿਕੁਐਸਟ ਕਰਦੇ ਹਾਂ, ਜੇ ਕਿਸੇ ਦੇ ਵੀ ਕੁਐਸਚਨ ਇਸ ਸੰਸਕਾਰ ਬਾਰੇ ਹੋਣ ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਪਾਉਣ, ਤਾਂ ਕਿ ਅਸੀਂ ਆਉਣ ਵਾਲੇ ਵਕਤ ਵਿੱਚ ਉਹਨਾਂ ਦੇ ਜਵਾਬ ਵੀ ਦੇ ਸਕੀਏ ਤੇ ਜੋ ਵੀ ਸਾਡੀ ਮਤ ਅਨੁਸਾਰ ਅਸੀਂ ਉਹਦੇ ਉੱਤੇ ਕਮੈਂਟ ਵੀ ਕਰ ਸਕੀਏ। ਸੋ ਅੱਜ ਅਸੀਂ ਥੋੜਾ ਜਿਹਾ ਜਿਹੜਾ ਸਾਡੇ ਗੁਰਦੁਆਰੇ ਵਿੱਚ ਪ੍ਰੋਸੈਸ ਚੱਲਦਾ, ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹਾਂਗੇ। ਸੋ ਪਹਿਲੇ ਗਿਆਨੀ ਜੀ ਦਾ ਵੈਲਕਮ ਕਰੀਏ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜਾ ਆਨੰਦ ਸੰਸਕਾਰ ਚੱਲ ਰਿਹਾ ਜੀ, ਨੂੰ ਆਨੰਦ ਕਾਰਜ ਵੀ ਕਿਹਾ ਜਾਂਦਾ ਬਹੁਤ ਸਾਰੀ ਥਾਂ ਤੇ। ਸੋ ਇਹ ਕਦੋਂ ਤੋਂ ਸ਼ੁਰੂਆਤ ਹੋਈ ਤੇ ਕਿੱਦਾਂ ਸ਼ੁਰੂਆਤ ਹੋਈ, ਇਸ ਤੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ। ਪਹਿਲੇ ਜਿਹੜਾ ਆਨੰਦ ਸੰਸਕਾਰ ਆ, ਜਿਹਨੂੰ ਦੂਜੇ ਵਿਆਹ ਵੀ ਕਹਿੰਦੇ ਆ, ਨਿਕਾਹ ਵੀ ਕਹਿੰਦੇ ਆ, ਮੈਰਿਜ ਵੱਖੋ ਵੱਖਰੇ ਨਾਮ ਹਰ ਕਮਿਊਨਿਟੀ ਨੇ ਦਿੱਤੇ ਹੋਏ ਆ। ਪਰ ਸ਼ਾਇਦ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਆਨੰਦ ਸੰਸਕਾਰ ਦੀ, ਤੁਹਾਡਾ ਭਾਵ ਜਿਹੜਾ ਸਿੱਖ ਜਗਤ ਵਿੱਚ ਤੇ ਕਦੋਂ ਪ੍ਰਾਰੰਭ ਹੋਇਆ। ਹਾਂਜੀ, ਤੋ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਹੁੰਦਾ, ਉਵੇਂ ਸਾਡੇ ਕੁਝ ਜਿਹੜੇ ਸੱਜਣ ਆ ਉਹਨਾਂ ਦਾ ਐਸਾ ਮੰਨਣਾ ਕਿ ਗੁਰੂ ਨਾਨਕ ਸਾਹਿਬ ਨੇ ਬੇਦੀ ਦੇ ਦੁਆਲੇ ਪਰਿਕਰਮਾ ਨਹੀਂ ਕੀਤੀਆਂ ਜਾਂ ਫੇਰੇ ਨਹੀਂ ਲਏ। ਉਹਨਾਂ ਨੇ ਮੂਲ ਮੰਤਰ ਲਿਖ ਕੇ ਉਹਦੇ ਦੁਆਲੇ ਫੇਰੇ ਲਏ, ਪਰ ਸਾਡੇ ਕੋਲ ਕੋਈ ਪੁਖਤਾ ਪ੍ਰਮਾਣ ਐਸਾ ਨਹੀਂ। ਠੀਕ ਹੈ। ਕੋਈ ਵੀ ਧਰਮ ਜਿਹੜਾ ਜਦੋਂ ਜਥੇਬੰਦਕ ਰੂਪ ਧਾਰਨ ਕਰਦਾ ਤਾਂ ਉਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਸਮਾਜਿਕ ਰਸਮਾਂ ਉਹ ਬੜੇ ਸਹਿਜੇ ਪੁਖਤਾ ਰੂਪ ਧਾਰਨ ਕਰ ਫਿਰ ਉਹ ਇੱਕ ਮਰਿਆਦਾ ਦਾ ਰੂਪ ਧਾਰਨ ਕਰ ਲੈਂਦੀਆਂ। ਸ਼ੁਰੂਆਤ ਵਿੱਚ ਉਹਨਾਂ ਦਾ ਜੋ ਪ੍ਰਚਲਿਤ ਹੁੰਦਾ, ਜਿਸ ਧਰਮ ਵਿੱਚ ਉਹ ਪੈਦਾ ਹੁੰਦੇ ਆ, ਚੌਗਿਰਦਾ ਹੁੰਦਾ, ਤਾਂ ਉਹ ਸੁਭਾਵਿਕ ਤੌਰ 'ਤੇ ਉਹੀ ਸਿਸਟਮ ਚੱਲਦਾ। ਪਰ ਜਿਵੇਂ ਜਿਵੇਂ ਨਿਖਾਰ ਆਉਂਦਾ, ਸਮਾਂ ਬੀਤਦਾ, ਉਹਦੀ ਵਿਲੱਖਣਪੁਣਾ ਜ਼ਾਹਰ ਕਰਨ ਲਈ ਫਿਰ ਇਹੋ ਜਿਹੀ ਜਿਹੜੀਆਂ ਰੀਤਾਂ ਰਸਮਾਂ ਉਹਨਾਂ ਨੂੰ ਵੀ ਵੱਖਰਿਆਂ ਕਰ ਲਿਆ ਜਾਂਦਾ। ਤਾਂ ਸਾਡੇ ਵਿੱਚ ਵੀ ਭਾਵੇਂ ਸਾਡੇ ਇਸ ਬਾਰੇ ਕੋਈ ਇੱਕ ਮਤ ਨਹੀਂ, ਵੱਖੋ ਵੱਖਰੀਆਂ ਰਾਵਾਂ। ਮੈਂ ਜਦੋਂ ਇਹ ਬਾਰੇ ਦੇਖ ਰਿਹਾ ਸੀ ਤਾਂ ਇੱਕ ਸੱਜਣ ਜੀ ਨੇ ਲਿਖਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ ਕਿ ਉਹਨਾਂ ਦੀਆਂ ਪਹਿਲੀ ਵਾਰ ਉਹਨਾਂ ਦੀ ਲਾਵਾਂ ਹੋਈਆਂ। ਪਰ ਫਿਰ ਸਵਾਲ ਪੈਦਾ ਹੁੰਦਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਪੁੱਤਰ ਆ, ਪਹਿਲਾਂ ਪ੍ਰਿਥੀ ਚੰਦ ਦਾ ਵਿਆਹ ਹੋਇਆ, ਕਈ ਪ੍ਰਿਥੀ ਚੰਦ ਦਾ ਉਸ ਤਰ੍ਹਾਂ ਹੋਇਆ ਮਹਾਰਾਜ ਨੇ ਕੀਤਾ ਤੇ ਗੁਰੂ ਅਰਜਨ ਸਾਹਿਬ ਦਾ ਇਸ ਤਰ੍ਹਾਂ ਕੀਤਾ। ਤਾਂ ਇਹ ਸ਼ਾਇਦ ਕਲਪਨਾ ਹੀ ਕਹੀ ਜਾ ਸਕਦੀ ਆ। ਹਾਂ, ਇਹ ਠੀਕ ਆ ਕਿ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਜਿਉਂ ਲਹਿਰ ਅੱਗੇ ਵੱਧਦੀ ਆ, ਤਿਵੇਂ ਜਿਹੜਾ ਜੋ ਪ੍ਰਚਲਿਤ ਧਰਮ ਆ ਉਹਦੇ ਨਾਲੋਂ ਇਹਦੇ ਵਿੱਚ ਵੱਖਰਾਪਣ ਆਉਣਾ ਸ਼ੁਰੂ ਹੋ ਜਾਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਖਾ ਜਗਤ, ਨਾਨਕ ਨੇ ਬੋਲੇ ਪੰਥ ਚਲਾਇਆ।
ਜਿਹੜੇ ਇਹਦੇ ਪੰਥ ਦੇ ਪੈਰੋਕਾਰ ਸੀ ਤਾਂ ਫਿਰ ਸੁਭਾਵਿਕ ਆ ਕਿ ਉਹਨਾਂ ਦਾ ਦੂਜੇ ਲੋਕ ਵਿਰੋਧ ਕਰਨ ਲੱਗ ਪਏ। ਜਿਹੜੇ ਉਸ ਸਮੇਂ ਇਹ ਰਸਮਾਂ ਨਿਭਾਉਂਦੇ ਸੀ ਤਾਂ ਉਹਨਾਂ ਦਾ ਵਿਰੋਧ ਕਰਨ ਲੱਗ ਪਏ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਅਸੀਂ ਇਹ ਪੜ੍ਹਦੇ ਹਾਂ ਇਤਿਹਾਸ ਵਿੱਚ ਕਿ ਉਸ ਸਮੇਂ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਵੀ ਹੋਈ ਕਿ ਲੋਕ ਜਿਹੜੇ ਹੈ ਧਰਮ ਨੂੰ ਛੱਡ ਰਹੇ ਆ ਧਰਮ ਦਾ ਪ੍ਰਚਾਰ ਕਰ ਰਹੇ ਆ, ਇਹ ਜ਼ਾਤ-ਪਾਤ ਨਹੀਂ ਮੰਨਦੇ, ਛੂਤ-ਛਾਤ ਨਹੀਂ ਮੰਨਦੇ, ਸਾਰਿਆਂ ਨੂੰ ਇੱਕੋ ਥਾਂ ਜਿਹੜਾ ਹੈ ਬਿਠਾ ਕੇ ਲੰਗਰ ਛਕਾਉਂਦੇ ਆ, ਨਾ ਇਹ ਦੇਵ ਪੂਜਾ ਕਰਦੇ ਆ ਨਾ ਪਿਤਰ ਪੂਜਾ ਕਰਦੇ ਆ। ਤੋ ਇਸ ਲਈ ਇਹ ਅਨੁਮਾਨ ਹੀ ਨਹੀਂ ਬਲਕਿ ਅਸੀਂ ਬੜੇ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਗੁਰੂ ਅਮਰਦਾਸ ਦੇ ਸਮੇਂ ਇਹਦਾ ਜਿਹੜੀ ਸ਼ੁਰੂਆਤ ਹੋਈ, ਸ਼ੁਰੂਆਤ ਕਹਿ ਸਕਦੇ ਹਾਂ, ਪਰ ਜਿਹੜਾ ਮੌਜੂਦਾ ਰੂਪ ਆ ਉਹ ਨਹੀਂ। ਉਸ ਸਮੇਂ ਘੱਟੋ ਘੱਟ ਸਿੱਖਾਂ ਵਿੱਚ ਕੀ ਰੂਪ ਸੀ, ਆਪਾਂ ਕੋਈ ਉਹਦਾ ਵਿਸਥਾਰ ਨਾਲ ਇਹ ਨਹੀਂ ਕਹਿ ਸਕਦੇ ਕਿ ਆਹ ਰੂਪ ਸੀ, ਪਰ ਇੰਨਾ ਕਹਿ ਸਕਦੇ ਹਾਂ ਕਿ ਬੜਾ ਸਾਦਾ ਜਿਹਾ ਰੂਪ ਹੋਣਾ ਕਿ ਜਿਹੜਾ ਪ੍ਰਚਲਿਤ ਮਨੌਤਾਂ ਨਾਲੋਂ ਰੀਤ ਨਾਲੋਂ ਯਕੀਨਨ ਵੱਖਰਾ ਹੋਣਾ। ਕਿ ਉਸ ਸਮੇਂ ਗੁਰੂ ਸਾਹਿਬ ਦੀ ਮੌਜੂਦਗੀ ਜਾਂ ਸਿੱਖ ਜਿਹੜੇ ਆ, ਕਿਉਂਕਿ ਸਿੱਖ ਦੂਰ ਦੁਰਾਡੇ ਵੀ ਵਸਦੇ ਸੀਗੇ, ਹਰ ਥਾਂ ਗੁਰੂ ਸਾਹਿਬ ਤਾਂ ਮੌਜੂਦ ਉੱਥੇ ਨਹੀਂ ਸੀ, ਪਰ ਧਰਮਸ਼ਾਲਾ ਕਾਇਮ ਸੀਗੀਆਂ। ਧਰਮ ਸਾਡੇ ਸੁਭਾਵਕ ਆ ਕਿ ਜਿੰਨੀ ਬਾਣੀ ਉਹਨਾਂ ਕੋਲ ਸੀ ਤਾਂ ਉਹ ਬਾਣੀ ਦੀ ਰੋਸ਼ਨੀ ਵਿੱਚ ਉਹ ਬਾਣੀ ਪੜ੍ਹਦੇ ਵੀ ਸੀ, ਗਾਇਨ ਵੀ ਕਰਦੇ ਸੀ, ਵਿਚਾਰਦੇ ਵੀ ਸੀ। ਤਾਂ ਕੋਈ ਐਸਾ ਸਿਸਟਮ ਜ਼ਰੂਰ ਹੋਣਾ ਕਿ ਉਹ ਧਰਮਸ਼ਾਲਾ ਵਿੱਚ ਜਾ ਕੇ ਕੋਈ ਗੁਰੂ ਸਾਹਿਬ ਦੇ ਜੋ ਉਸ ਸਮੇਂ ਵਿਧਾਨ ਹੋਣਾ ਉਹਨੂੰ ਅਪਣਾਉਂਦੇ ਹੋਣੇ ਆ। ਸਹਿਜੇ ਸਹਿਜੇ ਦੇ ਵਿਕਾਸ ਹੁੰਦਾ ਗਿਆ। ਕਈਆਂ ਨੇ ਇਸ ਸੰਬੰਧੀ ਹੋਰ ਵੀ ਕੁਝ ਲਿਖਿਆ, ਪਰ ਸਾਡੇ ਕੋਲ ਅਥੈਂਟਿਕ ਕੋਈ ਐਸਾ ਪ੍ਰਮਾਣ ਨਹੀਂ ਕਿ ਪੁਖਤਾ ਪ੍ਰਮਾਣ ਹੋਵੇ। ਜਿਹੜਾ ਮੌਜੂਦਾ ਰੂਪ ਆ ਇਹਦਾ ਜਿਹੜਾ ਮੋਢਾ ਪ੍ਰਕਰਮਾਂ ਦਾ ਵੀ ਨਾਲ, ਇਹ 13 ਮਾਰਚ 1855 ਵਿੱਚ ਪਹਿਲੀ ਵਾਰ ਜਿਹੜਾ ਸਗੋਂ ਪੁਖਤਾ ਪ੍ਰਮਾਣ ਆ ਉਹ ਨਿਰੰਕਾਰੀ ਲਹਿਰ ਜੀ ਚੱਲੀ ਆ ਰਾਵਲਪਿੰਡੀ ਬਾਬਾ ਦਿਆਲ ਜੀ ਤੋਂ ਸ਼ੁਰੂ ਹੁੰਦੀ ਆ। ਇਹਨਾਂ ਦੇ ਵੱਡੇ ਪੁੱਤਰ ਸੀ ਦਰਬਾਰਾ ਸਿੰਘ। ਤੋਂ ਪਹਿਲੀ ਵਾਰ 13 ਮਾਰਚ 1855 ਨੂੰ ਇੱਕ ਸਿੱਖ ਵਿਅੰਜਨ ਜੋੜੇ ਦੀਆਂ ਲਾਵਾਂ ਦੇ ਪਾਠ ਦੇ ਨਾਲ ਪ੍ਰਕਰਮਾਂ ਹੋਈਆਂ। ਲਾਵਾਂ ਦਾ ਪਾਠ ਤਾਂ ਪਹਿਲਾਂ ਵੀ ਹੁੰਦਾ ਰਿਹਾ, ਈਵਨ ਜਦੋਂ ਬਾਬਾ ਦਿਆਲ ਜੀ ਦਾ ਵਿਆਹ ਹੋਇਆ, ਆਨੰਦ ਹੋਇਆ, ਤਾਂ ਉਦੋਂ ਵੀ ਲਾਵਾਂ ਦਾ ਪਾਠ ਹੋਇਆ। ਪਰ ਜਿਹੜੀਆਂ ਪ੍ਰਕਰਮਾਂ ਹੈਗੀਆਂ ਇਹ ਪਹਿਲੀ ਵਾਰ ਜਿਸ ਜੋੜੇ ਦੇ ਹੋਈਆਂ, ਉਹਨਾਂ ਦਾ ਨਾਂ ਸੀ ਭਾਈ ਭੋਲਾ ਸਿੰਘ ਤੇ ਬੀਬੀ ਦਾ ਨਾਂ ਸੀ ਬੀਬੀ ਨਿਹਾਲ ਕੌਰ। ਔਰ ਇਹ ਸਾਨੂੰ ਬੜੇ ਹੈਰਾਨਗੀ ਵਾਲੀ ਗੱਲ ਪ੍ਰਤੀਤ ਹੋਊਗੀ ਕਿ ਉਸ ਸਮੇਂ ਇਹਦਾ ਬਹੁਤ ਵਿਰੋਧ ਹੋਇਆ ਸਿੱਖਾਂ ਵਿੱਚ। ਜਿਨ੍ਹਾਂ ਲੋਕਾਂ ਨੇ ਬਾਬਾ ਦਰਬਾਰਾ ਸਿੰਘ ਨੇ ਇਹ ਉਪਰਾਲਾ ਕੀਤਾ, ਉਹਨਾਂ ਦਾ ਭਾਰੀ ਵਿਰੋਧ ਹੋਇਆ। ਫਿਰ 15 ਅਪ੍ਰੈਲ 1861 ਨੂੰ ਅੰਮ੍ਰਿਤਸਰ ਵਿੱਚ ਫਿਰ ਵਿਸ਼ਾਲ ਸੰਗਤਾਂ ਦੇ ਇਕੱਠ ਵਿੱਚ ਫਿਰ ਦੁਆਰਾ ਆਨੰਦ ਇੱਥੇ ਅੰਮ੍ਰਿਤਸਰ ਧਰਤੀ ਤੇ ਹੋਇਆ। ਇਸ ਤੋਂ ਪਹਿਲਾਂ ਜਿਹੜਾ ਉਹ ਸੰਗਤਾਂ ਪਾਠ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਉਚਾਰੀਆਂ, ਜਿਹੜਾ ਪਾਠ ਆ ਛੰਤ, ਇਹ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ, ਤੋਂ ਸੁਭਾਵਿਕ ਆ ਕਿ ਸੰਗਤਾਂ ਇਹਦਾ ਪਾਠ ਕਰਦੀਆਂ ਹੋਣਗੀਆਂ। ਪਰ ਪ੍ਰਕਰਮਾਂ ਦੀ ਜਿਹੜੀ ਰੀਤ ਆ ਸਾਨੂੰ ਕੋਈ ਐਸਾ ਪ੍ਰਮਾਣ ਨਹੀਂ ਮਿਲਦਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਦੀ ਸ਼ੁਰੂਆਤ ਆ, ਜਿਹੜਾ ਮੌਜੂਦਾ ਰੂਪ ਆ ਨਾਲ ਪ੍ਰਕਰਮਾਂ ਕਰਨ ਦਾ, ਇਹ ਨਿਰੰਕਾਰੀ ਦਰਬਾਰ ਰਾਵਲਪਿੰਡੀ, ਜਿਹਨੂੰ ਅਸੀਂ ਅਸਲੀ ਨਿਰੰਕਾਰੀ ਕਹਿੰਦੇ ਆ, ਤੇ ਉਹਨਾਂ ਨਿਰੰਕਾਰੀਆਂ ਦੀ ਗੱਲ ਆ ਜਿਹਦੀ ਸ਼ੁਰੂਆਤ ਮੋਢੀ ਜਿਹੜੇ ਆ ਬਾਬਾ ਦਿਆਲ ਜੀ ਆ, ਜਿਨ੍ਹਾਂ ਨੇ ਉਸ ਸਮੇਂ ਸਿੱਖੀ ਵਿੱਚ ਆਈਆਂ ਕੁਰੀਤੀਆਂ ਨੂੰ ਬੜੀ ਦਲੇਰੀ ਨਾਲ ਉਹਨਾਂ ਨੇ ਇਹਨਾਂ ਨੂੰ ਕੰਡੈਮ ਕਰਕੇ ਸਿੱਖੀ ਵਿੱਚ ਇਹਦਾ ਜਿਹੜਾ ਇੱਕ ਪੁਨਰ ਜਿਹੜੀ ਸੁਰਜੀਤੀ ਦਾ ਕੰਮ ਕਰਨ ਦੀ ਕੀਤਾ, ਜਿਹੜਾ ਉਹ ਬਾਬਾ ਦਿਆਲ ਜੀ ਨੇ ਜਿਹੜਾ ਉਦਮ ਕੀਤਾ। ਔਰ ਇਹਨਾਂ ਦਾ ਸਿੱਖ ਹਲਕਿਆਂ ਵਿੱਚ ਵੀ ਭਾਰੀ ਵਿਰੋਧ ਹੋਇਆ। ਈਵਨ ਗੁਰਦੁਆਰਿਆਂ ਵਿੱਚ ਉਹਨਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜੀਆਂ ਸਾਂਝੀਆਂ ਸਮਸ਼ਾਨ ਭੂਮੀਆਂ ਸੀਗੀਆਂ ਉਹਨਾਂ ਤੇ ਵੀ ਉਹਨਾਂ ਦੇ ਮੁਰਦਿਆਂ ਨੂੰ ਸੰਸਕਾਰ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਇਸ ਲਈ ਫਿਰ ਉਹਨਾਂ ਨੇ ਜਲ ਪ੍ਰਵਾਹ ਕਰਨੇ ਸ਼ੁਰੂ ਕਰ ਦਿੱਤੀਆਂ ਤੇ ਇਸ ਲਹਿਰ ਨੇ ਇਸ ਰੂਪ ਵਿੱਚ ਜਿਹੜਾ ਇਹਦਾ ਮੁੱਢ ਬੰਨਿਆ ਕਿ ਜਿਹੜੀ ਫਿਰ ਸਹਿਜੇ ਸਹਿਜੇ ਸਿੰਘ ਸਭਾ ਲਹਿਰ ਨੇ ਫਿਰ ਇਹਨੂੰ ਹੋਰ ਪ੍ਰਚੰਡ ਕਰ ਦਿੱਤਾ। ਫਿਰ ਜਦੋਂ ਸਿੱਖ ਰਾਜ ਮਰਿਆਦਾ ਬਣੀ, ਉਹਨਾਂ ਵਿੱਚ ਬਕਾਇਦਾ ਉਹਨਾਂ ਨੇ ਇਹਦੇ ਵਿੱਚ ਜ਼ਿਕਰ ਕਰ ਦਿੱਤਾ, ਤਾਂ ਸਹਿਜੇ ਸਹਿਜੇ ਆਸਤੇ ਆਸਤੇ ਜਿਹੜਾ ਇਹ ਰੂਪ ਜਿਹੜਾ ਸਾਡੇ ਸਾਹਮਣੇ ਅੱਜ ਪ੍ਰਚਲਿਤ ਆ। ਸੋ ਇਹਦੇ ਵਿੱਚ ਬੜੀ ਇੰਪੋਰਟੈਂਟ ਕੁਐਸਚਨ ਵੀ ਆਏਗਾ, ਕੁਐਸਚਨ ਵੀ ਬਣ ਜਾਏਗਾ ਕਿ ਭਾਈ ਅਸੀਂ ਅੱਗੋਂ ਉਸ ਨੂੰ ਡਿਸਕਸ ਕਰਾਂਗੇ ਕਿ ਲਾਵਾਂ
ਕਿਸ ਤਰੀਕੇ ਨਾਲ ਕਰਦੇ ਆ ਜਾਂ ਕਿੱਦਾਂ ਹੁੰਦੀਆਂ। ਜੀ ਪਰ ਪਹਿਲੇ ਉੱਥੇ ਜਾਣ ਤੋਂ ਪਹਿਲਾਂ ਮੈਂ ਇਹ ਕੁਐਸਚਨ ਪੁੱਛਾਂਗਾ ਕਿ ਲਾਵਾਂ ਇਹਨੂੰ ਕਿਉਂ ਕਿਹਾ ਜਾਂਦਾ, ਜਦ ਕਿ ਗੁਰੂ ਮਹਾਰਾਜ ਦਾ ਤੇ ਇਹ ਛੰਤ ਹੈਗਾ ਤੇ ਉਹਦਾ ਸਿਰਲੇਖ ਕੀ ਹੈ, ਤੇ ਅਸੀਂ ਇਹਨੂੰ ਲਾਵਾਂ ਕਿਉਂ ਕਹਿੰਦੇ ਹਾਂ? ਹਾਂ, ਤਾਂ ਵਧੀਆ ਕੁਐਸਚਨ ਆ। ਅਸਲ 'ਚ ਹੈ ਛੰਤ ਦਾ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਗੁਰੂ ਰਾਮਦਾਸ ਮਹਾਰਾਜ ਦਾ ਹਾਂਜੀ। ਛੰਤ ਆ, ਹਾਂਜੀ, ਪਰ ਇਹਦਾ ਲਾਵਾਂ ਸਿਰਲੇਖ ਨਹੀਂਗਾ। ਨਹੀਂ ਹੈਗਾ। ਇਹ ਲਾਮ ਸ਼ਬਦ ਚੋਂ ਕਿ ਇਸ ਛੰਦ ਵਿੱਚ ਵਰਤਿਆ ਹੋਇਆ 4 ਲਾਮ ਜਿਹੜੀਆਂ, ਪਹਿਲੀ ਲਾਮ ਆ, ਦੂਜੀ ਲਾਮ, ਇਸ ਕਰਕੇ ਜਿਹੜਾ ਇਹਨੂੰ ਲਾਵਾਂ ਦਾ ਸ਼ਬਦ ਕਹਿ ਦਿੰਦੇ ਆ, ਪਰ ਹੈ ਅਸਲ ਵਿੱਚ ਇਹ ਛੰਤ ਆ। ਇਸ ਕਰਕੇ ਇਹਨੂੰ ਗੁਰੂ ਸਾਹਿਬ ਨੇ ਜਿਵੇਂ ਘੋੜੀਆਂ, ਅਲਹਣੀਆਂ ਬਾਣੀ ਵਿੱਚ ਉਸ ਸਮੇਂ ਜਿਹੜੇ ਲੋਕ ਕਾਵਿ ਦੇ ਜਿਹੜੇ ਰੂਪ ਸੀਗੇ, ਗੀਤ ਲੋਕ, ਉਹਨਾਂ ਦੀ ਉਹ ਗੁਰੂ ਸਾਹਿਬਾਨ ਨੇ ਸਾਰਿਆਂ ਦੀ ਤਕਰੀਬਨ ਵਰਤੋਂ ਕੀਤੀ ਹੋਈ ਆ। ਮਕਸਦ ਇਹੀ ਸੀਗਾ ਕਿ ਲੋਕੀ ਇਹੋ ਜਿਹੇ ਸਮਿਆਂ ਤੇ ਗੁਰਬਾਣੀ ਦਾ ਗਾਇਨ ਕਰਨ। ਤੋ ਸੁਭਾਵਿਕ ਆ, ਕਿਉਂਕਿ ਇਹਦੇ ਚ ਲਾਮ ਜਿਹੜੀਆਂ ਲਾਵਾਂ ਵਿਆਹ ਨਾਲ ਸੰਬੰਧਿਤ ਸੀ, ਤੋ ਛੰਦ ਵਿੱਚ ਇਹ ਲਾਵਾਂ ਦਾ ਜ਼ਿਕਰ ਹੋਣ ਕਾਰਨ ਵਿਆਹ ਦੇ ਸਮੇਂ ਇਹ ਲਾਵਾਂ ਦਾ ਪਾਠ ਜਿਹੜਾ ਇਹ ਸਾਡੇ ਚ ਪ੍ਰਾਰੰਭ ਹੋ ਗਿਆ। ਇਹ ਕਹਿਣਾ ਬੜਾ ਮੁਸ਼ਕਲ ਆ ਕਿ ਗੁਰੂ ਸਾਹਿਬ ਦੇ ਸਮੇਂ ਹੀ ਪ੍ਰਚਲਿਤ ਹੋਇਆ ਜਾਂ ਬਾਅਦ ਵਿੱਚ, ਠੀਕ। ਪਰ ਇਹ ਆ ਵੀ ਸਾਡਾ ਹੁਣ ਜਿਹੜਾ ਇੱਕ ਅੰਗ ਬਣ ਗਿਆ। ਫਿਰ ਜਥੇਬੰਦਕ ਧਰਮ ਵਿੱਚ ਕੁਝ ਗੱਲਾਂ ਜਿਹੜੀਆਂ ਉਹ ਡਿਸਪਲਿਨ ਨਾਲ ਸੰਬੰਧ ਰੱਖਦੀਆਂ, ਕਿ ਉਹਦੇ ਜਥੇਬੰਦਕ ਢਾਂਚੇ ਨੂੰ ਕਾਇਮ ਰੱਖਣ ਲਈ ਉਹਦਾ ਕੋਈ ਮੁੱਢ ਰੂਪ ਬਣਿਆ ਜਾਂਦਾ। ਮਰਿਆਦਾ ਬਣਾਉਣੀ। ਇਸ ਲਈ ਜਿਹੜੀ ਮਰਿਆਦਾ ਜਿਹੜੀ ਆ, ਇਹ ਫਿਰ ਮੇਰਾ ਦਾ ਇੱਕ ਹਿੱਸਾ ਬਣ ਗਿਆ ਕਿ ਜਿਹੜਾ ਸਿੱਖ ਆ ਉਹਨੇ ਜਦੋਂ ਆਨੰਦ ਕਰਾਉਣਾ ਤਾਂ ਇਹ ਲਾਵਾਂ ਦਾ ਪਾਠ ਜਿਹੜਾ ਉਹ ਕੀਤਾ ਜਾਏ। ਇਸ ਲਈ ਸਾਡੀ ਮਰਿਆਦਾ ਦਾ ਇੱਕ ਅਟੁੱਟ ਅੰਗ ਬਣ ਗਿਆ। ਸੋ ਲਾਮ ਤੋਂ ਕੀ ਮਤਲਬ ਹੈ? ਜਿਹੜਾ ਪਾਰਟਿਕੂਲਰ ਵਰਡ ਲਾਵਾਂ ਜਾਂ ਲਾਮ ਹੈ, ਪਹਿਲੀ ਲਾਮ ਅਸੀਂ ਬੋਲਦੇ ਹਾਂ, ਲਾਵਾਂ ਤੇ ਨਹੀਂ ਬੋਲਦੇ, ਪਰ ਉਹਦਾ ਕੀ ਮੀਨਿੰਗ ਹੈ ਲਾਮ ਦਾ? ਲਾਮ ਦਾ ਅਸਲ 'ਚ ਜਿਹੜਾ ਗੋਸ਼ਮ ਵਿੱਚ ਅਰਥ ਆ, ਉਹਦਾ ਅਰਥ ਆ ਜਿਹੜਾ ਵਿਆਹ ਸਮੇਂ ਦੀ ਪ੍ਰਕਰਮਾ। ਔਰ ਇਹਦਾ ਭਾਵ ਲਿਆ ਗਿਆ ਕਿ ਖਾਸ ਤੌਰ ਤੇ ਬੱਚੀ ਜਿਹੜੀ ਆ ਉਹ ਆਪਣੇ ਪਿਤਾ ਦੇ ਘਰ ਨਾਲ ਸੰਬੰਧ ਤੋੜ ਕੇ ਆਪਣੇ ਪਤੀ ਨਾਲ ਸੰਬੰਧ ਜੋੜਦੀ ਆ। ਇਹ ਅਖਰੀ ਅਰਥ ਆ। ਸੋ ਇਹਦਾ ਅਖਰੀ ਅਰਥ ਵਿਛੋੜਾ, ਜਿਹੜਾ ਮੈਂ ਇੱਕ ਨਾਲ ਨੂੰ ਤੋੜ ਕੇ ਦੂਜੀ ਥਾਂ ਜੋੜਨਾ। ਹਾਂ, ਮਹਾਨ ਕੋਸ਼ ਤੇ ਲਿਖਿਆ, ਇੱਕ ਥਾਂ ਤੇ ਤੋੜ ਕੇ ਦੂਜੀ ਥਾਂ ਤੇ ਜੋੜਨਾ। ਉਹ ਦੇਖੋ ਕਈ ਥਾਈਂ ਈਵਨ ਜੰਮੂ ਦੇ ਇਲਾਕੇ 'ਚ ਜਿਹੜੀ ਝੋਨਾ ਲਾਉਨੇ ਆਪਾਂ, ਪਨੀਰੀ ਪੁੱਟ ਕੇ ਫਿਰ ਦੂਜੀ ਥਾਂ ਲਾਉਣੇ, ਉਹਨੂੰ ਲਾਭ ਕਹਿੰਦੇ ਆ। ਅੱਛਾ। ਉਹ ਪਨੀਰੀ ਜਿਹੜੀ ਪੁੱਟ ਕੇ ਫਿਰ ਦੂਜੀ ਥਾਂ ਲਾਉਣਾ, ਉਹਨੂੰ ਲਾਭ ਕਹਿੰਦੇ ਆ। ਲਾਭ ਦਾ ਅਰਥ ਇਹ ਅਖਰੀ ਅਰਥ ਇਹੀ ਆ ਕਿ ਇਹਨੂੰ ਇੱਕ ਥਾਂ ਤੋੜ ਕੇ ਪੁੱਟ ਕੇ ਦੂਜੀ ਥਾਂ ਲਾਉਣਾ। ਠੀਕ। ਤੋ ਅਖਰੀ ਅਰਥ ਜਿਹੜਾ ਇਹੀ ਸੀ। ਪਰ ਸਾਡੇ ਵਿੱਚ ਜਿਹੜਾ ਉਹ ਇਹਨੂੰ ਇਸ ਅਰਥ ਨੂੰ, ਪਰੰਪਰਾ ਅਰਥ ਨੂੰ ਸਵੀਕਾਰ ਨਹੀਂ ਕੀਤਾ ਗਿਆ, ਕਿਉਂਕਿ ਜਿਹੜੀਆਂ ਪ੍ਰਕਰਮਾਂ ਕਰਦੇ ਆ ਉਹ ਇਕੱਲੀ ਬੱਚੀ ਨਹੀਂ ਕਰਦੀ, ਲੜਕਾ ਵੀ ਕਰਦਾ, ਪਤੀ ਪਤਨੀ ਦੋਵੇਂ ਕਰਦੇ ਆ। ਇਸ ਲਈ ਸਾਡੇ ਵੀ ਜਿਹੜਾ ਜੋ ਇਹਦਾ ਕਨਸੈਪਟ ਆ, ਜੋ ਚਿੰਨ੍ਹ ਜਿਸੀ ਦਾ, ਉਹ ਇਹ ਨਹੀਂ, ਕਿਉਂਕਿ ਪ੍ਰਕਰਮਾਂ ਦੋਵੇਂ ਕਰ ਰਹੇ ਆ ਔਰ ਗੁਰੂ ਦੇ ਦੁਆਲੇ ਕਰ ਰਹੇ ਆ। ਇਸ ਲਈ ਸਾਡੇ ਵਿੱਚ ਜਿਹੜਾ ਉਹ ਕਨਸੈਪਟ ਆ, ਉਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਇਹਦੇ ਸਾਰਿਆਂ ਨੇ ਇਹਨੂੰ ਪ੍ਰਣ ਦੇ ਰੂਪ ਵਿੱਚ ਲਿਆ ਹੋਇਆ ਜੀ। ਸੋ ਇਹ ਤਾਂ ਸਾਡੇ ਥੋੜਾ ਜਿਹਾ ਅਸੀਂ ਇਹਨਾਂ ਦੀ ਡਿਟੇਲ ਵਿੱਚ ਅੱਗੋਂ ਅਸੀਂ ਡਿਸਕਸ ਕਰਾਂਗੇ ਜੀ। ਅੱਜ ਅਸੀਂ ਬੇਸਿਕਲੀ ਪ੍ਰੋਸੈਸ ਦੇ ਉੱਤੇ ਡਿਸਕਸ ਕਰਦੇ ਹਾਂ। ਹੁਣ ਜਦੋਂ ਤੁਸੀਂ ਕਿਹਾ ਪ੍ਰਕਰਮਾਂ ਦੀ ਗੱਲ, ਪ੍ਰਕਰਮਾਂ ਜੋ ਆਮ ਦੇਖਣ ਵਿੱਚ ਮਿਲਦੀਆਂ, ਉਹ 3 ਤਰ੍ਹਾਂ ਨਾਲ ਪ੍ਰੋਸੈਸ ਚੱਲਦਾ ਉਹਨਾਂ ਦਾ। ਕਈ ਥਾਂ ਤੇ ਸਿਰਫ ਬੈਠੇ ਬੈਠੇ ਪਹਿਲੇ ਸੁਣਦੇ ਆ ਨਾਮ, ਫਿਰ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਦੇ ਆ ਹਰ ਇੱਕ ਲਾਮ ਦੇ। ਕਈ ਵਾਰੀ ਇਹ ਦੇਖਿਆ ਗਿਆ ਹੈ 3 ਪ੍ਰੋਸੈਸ ਮੈਂ ਇਸ ਕਰਕੇ, ਦੂਜੀ ਵਾਰੀ 'ਚ ਇਹ ਦੇਖਿਆ ਗਿਆ ਕਿ ਪਹਿਲੀ ਲਾਮ ਉਹ ਬੈਠਿਆਂ ਸੁਣਦੇ ਆ ਤੇ ਪ੍ਰਕਰਮਾ ਫਿਰ 4 ਵਿੱਚ ਕਰ, ਬਾਕੀ 3 ਲਾਵਾਂ ਵਿੱਚ ਉਹ ਖੜੇ ਹੋ ਕੇ ਸੁਣਦੇ ਆ। ਤੇ ਕਈ ਥਾਵਾਂ ਤੇ ਉਹ 4 ਲਾਵਾਂ ਪਹਿਲੇ ਖੜੇ ਹੋ ਕੇ ਸੁਣਦੇ ਆ। ਸੋ ਇਹ ਜਿਹੜੇ 3 ਪ੍ਰੋਸੈਸ ਆ, ਇਹਨਾਂ ਵਿੱਚ ਕੀ ਡਿਫਰੈਂਸ ਹੈ ਤੇ ਕਿਉਂ ਇਹ ਅਸੀਂ ਇੱਕ ਸਾਰ ਕਿਉਂ ਨਹੀਂ ਕਰ ਸਕਦੇ ਪਏ? ਦੇਖੋ, ਜਿਸ ਤਰ੍ਹਾਂ ਆਪਾਂ ਰਹਿਤ ਮਰਿਆਦਾ ਦੀ ਗੱਲ ਕੀਤੀ ਸੀ ਸ਼ੁਰੂ ਵਿੱਚ, 1855 ਵਿੱਚ ਪ੍ਰਕਰਮਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਰੂਪ ਵਿੱਚ। ਕੋਈ ਵੀ ਜਿਹੜੀ ਜਦੋਂ ਗੱਲ ਸ਼ੁਰੂ ਕਰਦੇ ਹੋ ਉਹਨੂੰ ਸਮਾਂ ਲੱਗਦਾ। ਸਿੱਖ ਸੰਗਤਾਂ ਵਿੱਚ ਉਦੋਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇਹ ਚੀਜ਼ ਦਾ ਭਾਰੀ ਵਿਰੋਧ ਹੋਇਆ ਔਰ ਕੋਈ ਵੀ ਉਸ ਸਮੇਂ ਇਸ ਤਰ੍ਹਾਂ ਪ੍ਰਕਰਮਾਂ ਕਰਨ ਲਈ ਤਿਆਰ ਨਹੀਂ ਸੀ। ਤੇ ਉਸ ਸਮੇਂ ਬੜਾ ਕ੍ਰਾਂਤੀਕਾਰੀ ਕਦਮ ਸੀਗਾ।
ਹਾਂਜੀ ਫਿਰ ਜਦੋਂ ਅੰਮ੍ਰਿਤਸਰ ਵਿੱਚ ਹੋਇਆ, ਬਾਬੇ ਸਿੰਘ ਸਭਾ ਲਹਿਰ ਨੇ ਫਿਰ ਇਹਨੂੰ ਬਹੁਤ ਜ਼ਿਆਦਾ ਜਿਹੜਾ ਪ੍ਰਚਾਰਿਆ, ਰਹਿਤ ਮਰਿਆਦਾ ਦਾ ਅੰਗ ਬਣਿਆ। ਈਵਨ ਅੱਜ ਤੱਕ ਵੀ ਅਸੀਂ ਸਾਰੀਆਂ ਥਾਵਾਂ ਤੇ ਰਹਿਤ ਮਰਿਆਦਾ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ ਜਾਂ ਅਸੀਂ ਉਹਨੂੰ ਨਹੀਂ ਅਪਣਾਇਆ ਹੋਇਆ। ਬਹੁਤ ਸਾਰੇ ਈਵਨ ਇਹਨਾਂ ਦੇਸ਼ਾਂ ਵਿੱਚ ਵੀ ਹੁਣ ਤਾਂ ਬਿਲਕੁਲ ਮੈਂ ਕਿਹਾ ਕਿਤੇ ਉਸ ਦਾ ਨਾਮ ਮਾਤਰ ਕਿਤੇ ਅਜੇ ਵੀ ਕਰਦੇ ਹੋਣ, ਨਹੀਂ ਤਾਂ ਇੱਥੇ ਵੀ ਪਹਿਲਾਂ ਲੋਕੀ ਜਿਹੜੇ ਆ ਉਹ ਜਦੋਂ ਆਨੰਦ ਹੁੰਦਾ ਸੀਗਾ ਤੇ ਜਗ੍ਹਾ ਦੀ ਵੀ ਪ੍ਰੋਬਲਮ ਹੁੰਦੀ ਸੀ ਤਾਂ ਉਹ ਬੈਠੇ ਹੀ ਹੁੰਦੇ ਸੀ, ਲਾਵਾਂ ਦਾ ਪਾਠ ਬੈਠ ਕੇ ਹੀ ਸੁਣਦੇ ਸੀ, ਪਰਿਕਰਮਾ ਨਹੀਂ ਸੀ ਕਰਦੇ। ਫਿਰ ਮੇਰੇ ਆਉਂਦਿਆਂ ਇੱਥੇ ਜਦੋਂ ਮੈਨੂੰ 35 ਸਾਲ ਇੱਥੇ ਹੋ ਗਏ ਆ, ਪਰ ਮੈਂ ਜਦੋਂ ਆਇਆ ਉਦੋਂ ਵੀ ਕੁਝ ਗੁਰਦੁਆਰਾ ਸਾਹਿਬਾਨ ਵਿੱਚ ਐਸਾ ਹੁੰਦਾ ਸੀ, ਪਰ ਸਹਿਜੇ ਸੇ ਉਹਨੂੰ ਉੱਥੇ ਵੀ ਨਹੀਂ ਹੁੰਦਾ। ਹੁਣ ਹਰ ਥਾਂ ਹੀ ਪਰਿਕਰਮਾ ਤੇ ਕੋਈ ਥਾਂ ਹੋ ਸਕਦਾ। ਹੁਣ ਮੈਨੂੰ ਯਾਦ ਆ, ਦੇਖੋ ਮੈਂ ਬੜਾ ਜੋੜ ਸੀ ਉਦੋਂ, ਤੇ ਸਾਡੇ ਕੋਲ ਵਿਦਿਆਰਥੀ ਪੜ੍ਹਦਾ ਸੀ, ਉਹਨਾਂ ਦੀ ਭੈਣ ਦਾ ਵਿਆਹ ਸੀ, ਤੇ ਸਾਨੂੰ ਵੀ ਉਹਨਾਂ ਕਿਹਾ ਵੀ ਤੁਸੀਂ ਜ਼ਰੂਰ ਆਇਓ, ਤਾਂ ਅਸੀਂ ਵੀ ਚਲੇ ਗਏ। ਜਦੋਂ ਲਾਵਾਂ ਦੀ ਗੱਲ ਆਈ ਤੇ ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਬੈਠੀਆਂ ਲਾਵਾਂ ਕਰਨੀਆਂ ਹਨ, ਤੇ ਅਸੀਂ ਉਹਨੂੰ ਕਿਹਾ ਵੀ ਨਹੀਂ, ਤੁਸੀਂ ਲਾਵਾਂ ਜਿਹੜੀਆਂ ਉਹਦੀ ਪਰਿਕਰਮਾ ਕਰੋ। ਤੇ ਉਹਨਾਂ ਦਾ ਤਰਕ ਸੀ, ਕਹਿੰਦੇ ਕਿ ਸਾਡੇ ਵੀ ਤੇ ਸੋਚਦੇ ਵੀ ਜਿਹੜੀਆਂ ਪਰਿਕਰਮਾ ਕਰਦੇ ਉਹ ਨੀਵੀਂ ਜਾਤ ਵਾਲੇ ਕਰਦੇ ਆ, ਮਤਲਬ ਵੱਖੋ ਵੱਖਰੀ ਧਾਰਨਾ ਲੋਕਾਂ 'ਚ ਬੈਠੀਆਂ ਹੋਈਆਂ ਸੀਗੀਆਂ। ਤੋ ਕਿਹਾ ਅਸੀਂ ਬੜੀ ਮੁਸ਼ਕਲਾਂ ਉਹਨਾਂ ਨੂੰ ਮਨਾਇਆ ਕਿ ਨਹੀਂ, ਨੀਵੀਂ ਜਾਤ ਉੱਚੀ ਜਾਤ, ਸਿੱਖੀ ਵੀ ਤੇ ਜਾਤ ਪਾਤ ਹੈ ਹੀ ਨਹੀਂ, ਤੁਸੀਂ ਐਸਾ ਮਹਿਸੂਸ ਨਾ ਕਰੋ ਕਿ ਨੀਵੀਂ ਜਾਤ ਵਾਲੇ ਜਿਹੜੇ ਉਹ ਪਰਿਕਰਮਾ ਕਰਦੇ ਆ। ਜਿਵੇਂ ਜਿਵੇਂ ਪ੍ਰਚਾਰ ਹੋਇਆ, ਲੋਕੀ ਹੁਣ ਪਰਿਕਰਮਾ ਕਰਨ ਲੱਗ ਪਏ। ਕਈ ਥਾਈਂ ਹੋ ਸਕਦਾ ਅਜੇ ਵੀ ਭਾਵੇਂ ਕਰਦੇ ਹੋਣ, ਪਰ ਮੋਸਟਲੀ ਲੋਕੀ ਪਰਿਕਰਮਾ ਕਰਨ ਲੱਗ ਪਏ ਆ। ਜਿਹੜੇ ਦੂਜੀ ਗੱਲ ਤੁਹਾਡੀ ਕੀਤੀ ਤੁਸੀਂ ਕਿ ਕਈ ਜਿਹੜੇ ਆ ਉਹ ਇੱਕ ਲਾਮ ਜਿਹੜੀ ਆ ਉਹ ਬੈਠੇ ਰਹਿੰਦੇ ਆ, ਤੇ ਬਾਕੀ ਜਿਹੜੀ ਤੀਜੀ ਲਾਮ, 3 ਲਾਵਾਂ ਹੈਗੀਆਂ ਉਹ ਖੜੇ ਹੋ ਕੇ ਸੁਣਦੇ ਆ। ਉਸ ਲਈ ਕੀ ਆ, ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਲਾਵਾਂ ਦਾ ਪਾਠ ਆ ਉਹ ਬੱਚੀ ਬੱਚਾ ਉਹ ਖੜੇ ਹੋ ਕੇ ਸੁਣਨ। ਪਾਠ ਜਦੋਂ ਪਹਿਲਾ ਜਿਹਦਾ ਪਦਾ ਪੂਰਾ ਹੋਵੇ, ਮੱਥਾ ਟੇਕ ਕੇ ਉਹ ਫਿਰ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਦੂਜੀ ਲਾਮ ਉਹ ਸੁਣ ਲਈ ਖੜੇ ਹੋ ਜਾਣ। ਉਹਨੂੰ ਸ਼ਾਇਦ ਕਈ ਵਾਰ ਮੈਂ ਕਿਹਾ ਜਦ ਗਲਤ ਸਮਝਿਆ ਗਿਆ, ਉਸ ਲਈ ਪਹਿਲੀ ਲਾਮ ਤੇ ਤਾਂ ਬੈਠੇ ਰਹਿੰਦੇ ਆ, ਤੇ ਜਿਹੜੀਆਂ 3 ਲਾਵਾਂ ਜਿਹੜੀਆਂ ਉਹ ਖੜੇ ਹੋ ਕੇ ਸੁਣਦੇ ਆ। ਪਰ ਜਿਹੜਾ ਜੇ ਅਸੀਂ ਮਰਿਆਦਾ ਅਨੁਸਾਰ, ਜੇ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਸੀਂ ਚੱਲਣਾ, ਤਾਂ ਉਹਦੇ ਅਨੁਸਾਰ ਫਿਰ ਜਦੋਂ ਪਹਿਲੀ ਲਾਮ ਦਾ ਇਹ ਪਾਠ ਹੁੰਦਾ ਤਾਂ ਉਸ ਸਮੇਂ ਮੱਥਾ ਟੇਕ ਕੇ ਬੱਚੇ ਨੂੰ ਖੜੇ ਹੋ ਜਾਣਾ ਚਾਹੀਦਾ। ਇਹ ਠੀਕ ਆ, ਕੋਈ ਜਿਹੜੇ ਸੰਪਰਦਾਵੀ ਜਿਹੜੇ ਸੱਜਣ ਆ ਉਹ ਜਿਨ੍ਹਾਂ ਨਾਲ ਜੁੜੇ ਹੁੰਦੇ, ਉਹਨਾਂ ਨੇ ਲਿਖਿਆ ਕਿ ਲਾਵਾਂ ਜਿਹੜਾ ਪਾਠ ਬੈਠ ਕੇ ਸੁਣਿਆ ਜਾਏ, ਸੁਣਨ ਮਗਰੋਂ ਖੜੇ ਹੋਏ ਪਰਿਕਰਮਾ ਕੀਤੀਆਂ ਜਾਣ। ਪਰ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਕਿਉਂ ਜੋ ਜਿਹਦੇ ਨਾਲ ਜੁੜਿਆ ਹੋਇਆ, ਜੇ ਸੰਪਰਦਾ ਨਾਲ ਜੁੜਿਆ ਹੋਇਆ ਤਾਂ ਉਹਨੂੰ ਫਾਲੋ ਕਰ ਰਹੇ ਆ, ਜਾਂ ਜੋ ਉਹਨਾਂ ਦੇ ਇਲਾਕੇ ਵਿੱਚ ਪ੍ਰਚਲਿਤ ਆ ਉਹ ਉਹਨੂੰ ਫਾਲੋ ਕਰ ਰਹੇ ਆ। ਤੇ ਜੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ ਤਾਂ ਉਹਦੇ ਅਨੁਸਾਰ ਚਾਰੇ ਜਿਹੜੀਆਂ ਲਾਵਾਂ ਉਹ ਖੜੇ ਹੋ ਕੇ ਸੁਣਨ ਦਾ ਹੀ ਵਿਧਾਨ ਆ। ਤੋ ਇਸ ਲਈ ਜਿਹੜੇ ਲੋਕ ਰਹਿਤ ਮਰਿਆਦਾ ਨੂੰ ਫਾਲੋ ਕਰਦੇ ਆ, ਜਾਂ ਜਿਹਨਾਂ ਗੁਰਦੁਆਰਾ ਸਾਹਿਬਾਨ ਵਿੱਚ ਇਹ ਲਾਗੂ ਆ, ਉੱਥੇ ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ। ਜਿਨ੍ਹਾਂ ਵਿੱਚ ਨਹੀਂ, ਉਹਨਾਂ ਵਿੱਚ ਜਿਸ ਤਰ੍ਹਾਂ ਕੋਈ ਖੜਾ ਹੋ ਜਾਂਦਾ, ਕੋਈ ਬੈਠਾ ਰਹਿੰਦਾ, ਉਸ ਤਰ੍ਹਾਂ ਚੱਲਦਾ। ਇਹਦੇ ਵੀ ਕੋਈ ਸਾਡੇ 'ਚ ਐਸਾ ਨਹੀਂ ਕਿ ਜਿਹੜਾ ਕੋਈ ਬੈਠਾ ਰਿਹਾ ਤਾਂ ਉਹਦਾ ਵਿਆਹ ਜਿਹੜਾ ਉਹ ਨਹੀਂ ਹੋਊਗਾ, ਉਹ ਮੰਨੇ ਨਹੀਂ ਜਾਊਗਾ, ਉਹਨੂੰ ਪ੍ਰਵਾਨਗੀ ਨਹੀਂ ਮਿਲੇਗੀ। ਜਾਂ ਜਿਹੜਾ ਸਾਡੇ ਵਿੱਚ ਇਹ ਗੱਲ ਹੈਗੀ ਕਿ ਉਨੀ ਕੱਟੜਤਾ ਨਹੀਂ ਇਸ ਪੱਖੋਂ ਕਿ ਜਿਹੜਾ ਬੈਠੇ ਰਹੇ, ਜਿਹਨਾਂ ਬੈਠੇ ਸੁਣੀਆਂ ਤਾਂ ਉਹਨਾਂ ਦਾ ਵਿਆਹ ਪ੍ਰਵਾਨ ਨਹੀਂ ਚੜਿਆ, ਤਾਂ ਜਿਨ੍ਹਾਂ ਨੇ ਇੱਕ ਲਾਮ ਜਿਹੜੀ ਆ ਉਹ ਬੈਠਿਆਂ ਸੁਣੀ, ਤੀਜੀ 3 ਜਿਹੜੀਆਂ ਖੜੇ ਹੋ ਕੇ ਸੁਣੀਆਂ ਤਾਂ ਉਹਦੇ ਕੋਈ ਫਰਕ ਪੈ ਗਿਆ। ਬਸ ਸਾਡੇ ਕੋਈ ਸ਼ੁਕਰ ਆ ਰੱਬ ਦਾ ਕਿ ਅਜੇ ਇਹੋ ਜਿਹੀ ਗੱਲਬਾਤ ਜਿਹੜੀ ਆ ਉਹ ਐਸੀ ਕੱਟੜਤਾ ਦਾ ਇਹ ਰੂਪ ਅਜੇ ਧਾਰਨ ਅਸੀਂ ਨਹੀਂ ਕੀਤਾ। ਉਸ ਆਉਣ ਵਾਲੇ ਸਮੇਂ ਅਸੀਂ ਇਹਨਾਂ ਗੱਲੋਂ ਲੈ ਕੇ ਹੀ ਜਿਹੜਾ ਉਹ ਫਤਵੇ ਦੇਣ ਲੱਗ ਪਈਏ ਕਿ ਜੀ ਇਹਦੀ ਮਹੱਤਤਾ ਘਾਟਾ, ਇਹਦੀ ਵਾਧਾ। ਪਰ ਇਹ ਜਦ ਗੱਲਾਂ ਜਿਹੜੀਆਂ ਸਿਰਫ ਇੱਕ ਡਿਸਿਪਲਿਨ ਨਾਲ ਸੰਬੰਧ ਰੱਖਦੀਆਂ, ਸਾਨੂੰ ਇੱਕ ਜਥੇਬੰਦਕ ਧਰਮ ਨਾਲ ਸੰਬੰਧ ਆ, ਤਾਂ ਜਥੇਬੰਦੀ ਦੇ ਕੋਈ ਨਿਯਮ ਹੁੰਦੇ ਆ ਤਾਂ ਕਿ ਇਕਸਾਰਤਾ ਵਾਲਾ ਭਾਵ ਬਣਿਆ ਰਹੇ। ਇਹਨਾਂ ਵਿੱਚ ਅਧਿਆਤਮਿਕਤਾ ਨਹੀਂ ਹੁੰਦੀ, ਸਪਿਰਿਚੁਅਲਿਟੀ ਨਹੀਂ ਹੁੰਦੀ। ਸਾਨੂੰ ਇਹ ਫਰਕ ਸਮਝਣ ਦੀ ਲੋੜ ਆ। ਠੀਕ ਹੈ, ਨਹੀਂ ਅਸੀਂ ਸਾਡੀ ਇਸ ਵੀਡੀਓ ਤੋਂ ਇਹ ਰਿਕੁਐਸਟ ਵੀ ਹੈ ਕਿ ਅਸੀਂ ਇਕਸਾਰਤਾ ਲਿਆਈਏ, ਔਰ ਜੋ ਅਕਾਲ ਤਖਤ ਦੀ ਮਰਿਆਦਾ ਉਹਦੇ ਮੁਤਾਬਿਕ ਹੀ ਅਸੀਂ ਸਾਰੇ ਜਿਹੜੇ ਕਾਰਜ ਆਪਣੇ ਕਰਿਆ ਕਰੀਏ। ਹੁਣ ਇਹਦੇ ਵਿੱਚ ਇੱਕ ਵਾਰੀ ਹੈ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਪਰਿਕਰਮਾ ਕਰ ਰਹੇ ਹੁੰਦੇ ਆ ਤਾਂ ਕਈ ਲੜਕੀ ਵਾਲਿਆਂ ਵੱਲੋਂ ਸੱਜਣ ਖੜੇ ਹੋ ਜਾਂਦੇ ਆ, ਉਹ ਇੱਕ ਤਰ੍ਹਾਂ ਦਾ ਸਪੋਰਟ ਕਰ ਰਹੇ ਹੁੰਦੇ ਆ, ਤੇ ਕਈ ਥਾਂ ਤੇ ਨਹੀਂ ਵੀ ਖੜੇ ਹੁੰਦੇ। ਇਹ ਹਰ ਇੱਕ ਥਾਂ ਤੇ ਇਹਦੀ ਵੇਰੀਏਸ਼ਨ ਹੈਗੀ ਆ,
ਸੋ ਇਹ ਜਿਹੜਾ ਖੜੇ ਹੋਣ ਦਾ ਰਿਵਾਜ ਹੈ ਤੇ ਸਪੈਸ਼ਲੀ ਚੌਥੀ ਲਾਮ ਵੇਲੇ ਫੁੱਲ ਪਾਉਣ ਦਾ ਰਿਵਾਜ ਹੈ ਜਾਂ ਫੁੱਲ ਸੁੱਟਣ ਦਾ ਰਿਵਾਜ ਹੈ, ਇਹ ਦੋ ਜਿਹੜੇ ਵਿੱਚ ਸਾਡੇ ਚੱਲ ਰਹੇ ਹੁੰਦੇ ਆ, ਇਹਨਾਂ ਬਾਰੇ ਕੀ ਕਹੋ? ਜਿੱਦਾਂ ਕੋਈ ਫੁੱਲ ਸੁੱਟਣ ਦੀ ਗੱਲ ਆ, ਇਹਦੇ ਸਾਡੇ ਸੇ ਬੇਸਮਝੀ ਆ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ, ਉਹਨਾਂ ਦੀ ਕੀ ਮਹੱਤਤਾ। ਜੇ ਕੰਮ ਕਰਨਾ ਹੋਵੇ ਉਹਨੂੰ ਬਾਹਰ ਜੋ ਕਰਨਾ ਚਾਹਣ ਤਾਂ ਇੱਥੇ ਉਹ ਬੱਚਾ ਬੱਚੀ ਆਸ਼ੀਰਵਾਦ ਲੈਣ ਲਈ ਆਏ ਆ, ਗੁਰੂ ਸਾਹਿਬ ਕੁਝ ਲੈਣ ਲਈ ਆਏ ਆ। ਇੱਥੇ ਜਿਹੜਾ ਸਾਡੇ ਸਾਰੇ ਸਤਿਕਾਰ ਦਾ ਕੇਂਦਰ ਬਿੰਦੂ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਆ। ਤੇ ਲਈ ਸੰਗਤਾਂ ਨੂੰ ਜਿਹੜਾ ਉਹ ਸਫਾਈ ਦਾ ਭਗਤ ਹੈ ਹੀ ਆ, ਜਿਹੜੇ ਉਹ ਫੁੱਲ ਕਈ ਵਾਰ ਗੁਰੂ ਗ੍ਰੰਥ ਸਾਹਿਬ ਤੋਂ ਡਿੱਗਦੇ ਆ, ਫਿਰ ਕਈਆਂ ਦੇ ਸਿਰ ਤੇ ਪੈਂਦੇ ਆ, ਕਿ ਜਿਹੜੇ ਦਾੜੇ ਜਿਹਨਾਂ ਦੇ ਖੁੱਲੇ ਹੁੰਦੇ ਪ੍ਰਕਾਸ਼ ਹੁੰਦੇ ਆ ਉਹਨਾਂ ਦੇ ਵਿੱਚ ਫਸ ਜਾਂਦੇ ਆ। ਤੋ ਖੈਰ ਇਹ ਤਾਂ ਵੈਸੇ ਵੀ ਜਿਹੜਾ ਉੱਥੇ ਸ਼ੋਭਾ ਨਹੀਂ ਦਿੰਦਾ। ਇਹ ਤੇ ਸਾਰਿਆਂ ਨੂੰ ਸੰਕੋਚ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਨੂੰ ਵੀ ਕਿਸੇ ਉੱਤੇ ਵੀ ਇਸ ਤਰ੍ਹਾਂ ਫੁੱਲਾਂ ਦੀ ਵਰਖਾ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਇੱਕ ਆਪਣੀ ਮਾਨ ਮਰਿਆਦਾ ਜਿਹੜੀ ਪੰਥ ਨੇ ਕਾਇਮ ਕੀਤੀ ਹੋਈ ਆ, ਸਾਨੂੰ ਉਹਨੂੰ ਕਾਇਮ ਰੱਖਣਾ ਚਾਹੀਦਾ। ਜਿੱਥੋਂ ਤੱਕ ਬੱਚੀ ਨੂੰ ਸਹਾਰਾ ਦੇਣ ਦੀ ਗੱਲ ਆ, ਦੇਖੋ ਪੁਰਾਣੇ ਸਮੇਂ 'ਚ ਕੀ ਸੀਗਾ, ਬਹੁਤ ਛੋਟੀ ਉਮਰ ਵਿੱਚ ਬੱਚੀਆਂ ਦਾ ਵਿਆਹ ਕਰ ਦਿੰਦੇ ਸੀ, ਫਿਰ ਘੁੰਡ ਵੀ ਕੱਢਿਆ ਹੁੰਦਾ ਸੀਗਾ, ਬੱਚੀਆਂ ਘਬਰਾਈਆਂ ਵੀ ਹੁੰਦੀਆਂ ਸੀਗੀਆਂ। ਸਮਾਂ ਹੀ ਜੋ ਉਸ ਸਮੇਂ ਜਿਹੜੀਆਂ ਸਮਾਜ ਦੀ ਵੈਲਿਊਜ਼ ਹੈਗੀਆਂ, ਕਦਰੋ ਕੀਮਤਾਂ, ਉਹ ਅੱਜ ਨਾਲ ਬਹੁਤ ਵੱਖਰੀਆਂ ਸੀਗੀਆਂ ਕਈ ਪੱਖਾਂ ਤੋਂ। ਤੋਂ ਉਸ ਸਮੇਂ ਬੱਚੇ ਕਿਉਂ ਇੰਨੇ ਛੋਟੇ ਹੁੰਦੇ ਸੀ, ਚੁੱਕ ਕੇ ਉਹਨਾਂ ਨੂੰ ਪ੍ਰਕਰਮਾ ਕਰਾਉਂਦੇ ਸੀ। ਫਿਰ ਥੋੜਾ ਸਮਾਂ ਹੋਰ ਆ, ਫਿਰ ਵੀ ਜਿਹੜੇ ਵੱਡੀਆਂ ਵੀ ਹੁੰਦੀਆਂ ਸੀ, ਬਹੁਤ ਲੰਮਾ ਘੁੰਡ ਕੱਢਿਆ ਹੁੰਦਾ ਸੀ ਉਹਨਾਂ ਨੇ। ਤੋਂ ਕਈ ਵਾਰ ਉਹ ਠੇਡਾ ਨਾ ਲੱਗੇ, ਡਿੱਗ ਨਾ ਪੈਣ, ਘਬਰਾਹਟ ਵੀ ਹੈਗੀ ਆ, ਥੋੜਾ ਸਹਾਰਾ ਦੇਣ ਲਈ ਖੜੇ ਹੋ ਜਾਂਦੇ ਸੀਗੇ। ਕਈ ਨੂੰ ਲੈ ਲੈਂਦੇ ਸ਼ਾਇਦ ਉਹ ਕੰਨਿਆਦਾਨ ਦਾ ਸੰਕਲਪ ਆ ਕਿ ਇਹਨੂੰ ਉਹਦੇ ਨਾਲ ਜੋੜ ਦਿੰਦੇ ਆ, ਪਰ ਆਪਾਂ ਇਸ ਡਿਟੇਲ ਵਿੱਚ ਨਾ ਜਾਈਏ। ਜਿਹੜਾ ਹੁਣ ਦਾ ਸਵਾਲ ਆ, ਹੁਣ ਦੇਖੋ ਬਹੁਤ ਸਾਰੀਆਂ ਜਿਹੜੀ ਇਹ ਇੰਡੀਆ ਵਿੱਚ ਲਗਭਗ ਜਿਹੜਾ ਖਤਮ ਹੋ ਗਿਆ। ਇੰਡੀਆ 'ਚ ਹੁਣ ਬਹੁਤ ਕੋਈ ਥਾਂ ਉਟਾਵਾਂ ਟਾਵਾਂ ਆ, ਜਿਹੜੇ ਲੋਕੀ ਬਾਹਰੋਂ ਜਾਂਦੇ ਆ ਉਹ ਭਾਵੇਂ ਖੜੇ ਕਰ ਦਿੰਦੇ ਉਹਨਾਂ ਤੇ ਆਮ ਲੋਕ ਉੱਥੇ ਖੜੇ ਨਹੀਂ ਕਰਦੇ। ਪਰ ਬਾਹਰਲੇ ਮੁਲਕਾਂ ਵਿੱਚ ਜਿਹੜਾ ਇਹ ਬੜਾ ਜ਼ਬਰਦਸਤ ਇਹਦੀ ਪ੍ਰਦਰਸ਼ਨੀ ਹੁੰਦੀ ਆ। ਔਰ ਮੈਨੂੰ ਕੋਈ ਸਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਉਹਨਾਂ ਤਰਕ ਸੀ ਜੀ ਅਸੀਂ ਇੰਨੇ ਪੈਸੇ ਖਰਚ ਕੀਤੇ ਆ, ਵੀ ਕੋਈ ਸੂਟ ਸਾਰਿਆਂ ਬਣਾਏ ਆ ਇਸ ਸਮਾਗਮ ਲਈ, ਤੇ ਖੜੇ ਕਿਉਂ ਨਾ ਕਰੀਏ। ਬਟ ਹੁਣ ਜਿਹੜਾ ਇੱਕ ਪ੍ਰਦਰਸ਼ਨੀ ਦਾ ਬਣ ਗਿਆ ਐਸਾ। ਔਰ ਕਈ ਵਾਰ ਦੇਖੋ ਕਈ ਸੱਜਣਾ ਦਾ ਇਹ ਤਰਕ ਆ ਕਿ ਸ਼ਾਇਦ ਇਹ ਲਾਵਾਂ ਦਾ ਹਿੱਸਾ। ਇਸ ਲਈ ਮੈਨੂੰ ਯਾਦ ਆ ਕਿ ਚਿਰ ਹੋਇਆ ਇੱਕ ਪਰਿਵਾਰ ਦਾ ਵਿਆਹ ਸੀ ਬੱਚੀ ਦਾ, ਤੇ ਉਹਦੇ ਪੇਰੈਂਟਸ ਸੀ ਤੇ ਬੜੇ ਘਬਰਾਏ ਹੋਏ। ਉਹ ਗੁਰਦੁਆਰਾ ਸਾਹਿਬ ਆਏ ਤੋਂ ਕਹਿਣ ਲੱਗੇ ਜੀ ਅਸੀਂ ਬੱਚੀ ਨੂੰ ਜਿਹੜੀਆਂ ਉਹ ਪ੍ਰਕਰਮਾ ਨਹੀਂ ਕਰਨੀਆਂ, ਅਸੀਂ ਬੈਠੀਆਂ ਹੀ ਲਾਵਾਂ ਜਿਹੜੀਆਂ ਹੋਣ। ਤਾਂ ਅਸੀਂ ਉਹਨੂੰ ਕਿਹਾ ਵੀ ਨਹੀਂ, ਸਾਡੇ ਜਿਹੜਾ ਇੱਥੇ ਉਸ ਦਾ ਕਿਤੇ ਕਰਦੇ ਨੇ, ਪਰ ਸਾਡੇ ਇੱਥੇ ਪ੍ਰਕਰਮਾ ਕਰਨੀਆਂ ਪੈਂਦੀਆਂ, ਕਰਦੇ ਹਾਂ ਅਸੀਂ ਰਾਜ ਫਾਲੋ ਕਰਦੇ ਹਾਂ। ਖੈਰ ਜਦੋਂ ਉਹਨੂੰ ਪੁੱਛਿਆ ਵੀ ਕਾਰਨ ਕੀ ਆ, ਵੀ ਤੁਸੀਂ ਕਿਉਂ ਨਹੀਂ, ਉਹ ਕਹਿੰਦੇ ਜੀ ਸਾਡੇ ਕੋਈ ਪੁੱਤਰ ਨਹੀਂ, ਕੁੜੀ ਦਾ ਕੋਈ ਭਰਾ ਨਹੀਂ, ਤੇ ਖੜਾ ਕੋਈ ਹੋਊਗਾ ਨਹੀਂ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਬੈਠਿਆ ਹੋ ਜਾਣ। ਅਸੀਂ ਉਹਨੂੰ ਦੱਸਿਆ ਵੀ ਇਹ ਤੇ ਹਿੱਸਾ ਹੈ ਹੀ ਨਹੀਂ ਇਹਦਾ। ਤੋਂ ਕਈਆਂ ਦਿਮਾਗ ਇਹ ਵੀ ਬੈਠਾ ਹੋਇਆ ਕਿ ਸ਼ਾਇਦ ਇਹ ਜਿਹੜੇ ਭਰਾ ਖੜੇ ਹੋਣੇ ਆ, ਇਹ ਸ਼ਾਇਦ ਇਹ ਆਨੰਦ ਦਾ ਹਿੱਸਾ, ਪਰ ਇਹ ਇਸ ਦੇ ਮਨਬਾਤ ਤੋਂ ਬਾਅਦ ਕੁਝ ਵੀ ਨਹੀਂ। ਦੇਖੋ ਜਦੋਂ ਕੋਈ ਇਹ ਗੱਲ ਚੱਲਦੀ ਆ ਕਿ ਇਸ ਸਮੇਂ ਸਾਡੀ ਆਨੰਦ ਦੇ ਸਮੇਂ ਜੋ ਸਾਡਾ ਸਿੱਖੀ ਦਾ ਕਿਰਦਾਰ ਆ, ਇਸ ਸਮੇਂ ਕਿ ਬੱਚੇ ਪ੍ਰਤੀ ਜੋ ਗੁਰੂ ਸਾਹਿਬਾਨ ਨੇ ਸਾਨੂੰ ਦ੍ਰਿੜ ਕਰਵਾਇਆ ਉਹ ਸਾਂਝਾ ਕੀਤਾ ਜਾਏ, ਤਾਂ ਸਾਰਿਆਂ ਦਾ ਤਰਕ ਹੁੰਦਾ ਜੀ ਬੱਚੇ ਅੱਜ ਕੱਲ੍ਹ ਪੜ੍ਹੇ ਲਿਖੇ, ਇਹਨਾਂ ਨੂੰ ਸਿੱਖਿਆ ਦੀ ਲੋੜ ਨਹੀਂ, ਪਰ ਸਹਾਰੇ ਦੀ ਲੋੜ ਹੈਗੀ ਆ। ਤੁਸੀਂ ਦੱਸੋ ਨਹੀਂ ਗੱਲ, ਦੇਖੋ ਕਿ ਅੱਜ ਕੱਲ੍ਹ ਦੇਖੀਦਾ ਆਮ ਤੌਰ ਤੇ ਇੰਡੀਆ ਦਾ ਤਾਂ ਪਤਾ ਨਹੀਂ, ਇੱਥੇ ਕਿਵੇਂ ਦਾ ਜਿਹੜੇ ਬੱਚੇ ਆ, ਮੁੰਡੇ ਆ, ਉਹ ਤੋਂ ਘਬਰਾਏ ਹੁੰਦੇ ਆ, ਕਿਵੇਂ ਦਾ ਉਹ ਨਰਵਸ ਹੋ ਜਾਂਦੇ ਆ। ਜੇ ਸਾਰਾ ਦੇਣਾ ਹੀ ਆ, ਨਰਵਸ ਕੁੜੀ ਆ ਜੇ ਮੁੰਡਾ ਕੋਈ ਵੀ ਆ ਉਹਨੂੰ ਸਾਰਾ ਜ਼ਰੂਰ ਦੇ ਦਿਓ, ਜੇ ਨਰਵਸ ਜੋ ਵੀ ਨਰਵਸ ਆ, ਪਰ ਇਹਦਾ ਹਿੱਸਾ ਨਹੀਂ। ਅੱਜ ਦੇ ਦੰਸਾਂ ਨੇ ਇੱਕ ਫੈਸ਼ਨ ਪ੍ਰਸਤੀ ਬਣ ਗਈ ਨਾ, ਤੇ ਇਹਦੀ ਕੋਈ ਲੋੜ ਨਹੀਂ। ਕਿਸੇ ਸਮੇਂ ਲੋੜ ਸੀ, ਉਹ ਮਜਬੂਰੀ ਸੀ, ਇਹ ਆਨੰਦ ਦਾ ਹਿੱਸਾ ਨਹੀਂ। ਔਰ ਮੈਂ ਸ਼ਬਦ ਫਿਰ ਦੁਹਰਾ ਰਿਹਾ ਕਿ ਇੰਡੀਆ ਵਿੱਚ ਇਹ ਲਗਭਗ ਖਤਮ ਹੋ ਗਿਆ ਸਿਲਸਿਲਾ। ਹਾਂ, ਜਿਹੜੇ ਇਧਰੋਂ ਪਰਿਵਾਰ ਬਾਹਰੋਂ ਜਾਂਦੇ ਆ ਉਹ ਜ਼ਰੂਰ ਕਰਦੇ ਆ, ਅਸੀਂ ਇੱਥੇ ਸ਼ਾਇਦ ਸਹਿਜੇ ਸ਼ਾਇਦ ਅਸੀਂ ਕਿਉਂਕਿ ਬੜੇ ਇਸ ਪਾਸੋਂ ਬਹੁਤ ਜਿਹੜਾ ਸਲੋ ਚੱਲਦੇ ਆ, ਹੋ ਸਕਦਾ ਆਉਣ ਵਾਲੇ ਸਮੇਂ ਜਿਹੜਾ ਇਹ ਵੀ ਖਤਮ ਹੋ ਜਾਵੇ, ਕਿਉਂਕਿ ਇਹਦਾ ਹਿੱਸਾ ਹੈ ਹੀ ਨਹੀਂ। ਠੀਕ ਆ, ਅਸੀਂ ਅੱਜ ਦੀ ਗੱਲਬਾਤ ਇੱਥੇ ਰੋਕਦੇ ਹਾਂ। ਅਜੇ ਸਾਡੇ ਕੁਐਸਚਨ ਬਹੁਤ ਸਾਰੇ ਹੈਗੇ ਆ, ਸਪੈਸ਼ਲੀ ਅਸੀਂ ਜਿਹੜੀ ਡਿਫਰੈਂਟ ਫੇਸ ਦੇ ਵਿੱਚ ਵਿਆਹ ਹੁੰਦਾ ਤੇ ਸਾਡੇ 'ਚ ਆਨੰਦ ਹੁੰਦਾ, ਇਹਦੇ ਬਾਰੇ ਅਸੀਂ ਡੈਫੀਨੇਟਲੀ ਗੱਲ ਕਰਾਂਗੇ। ਤੇ ਹੋਰ ਵੀ ਕਈ ਸਾਨੂੰ ਸਵਾਲ ਆਏ ਹੋਏ ਆ, ਇਹਦੇ ਬਾਰੇ ਅਸੀਂ ਅਗਲੇ ਆਉਣ ਵਾਲੀਆਂ
ਵੀਡੀਓਜ਼ ਵਿੱਚ ਕਈ ਇਹ ਕੁਐਸਚਨਾਂ ਦੇ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਇੱਥੇ ਰੋਕਦੇ ਹੋਏ, ਸੰਕੋਚਦੇ ਹੋਏ, ਭੁੱਲ ਚੁੱਕ ਦੀ ਖਿਮਾ। ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।